ਤੁਸੀਂ ਦੇਖੋ ਕਿ 11 ਤਰੀਕ ਨੂੰ ਉਹ ਜਥੇਦਾਰ ਸਾਹਿਬ ਵੱਡਿਆਂ ਨੂੰ ਯਾਨੀ ਰਘਬੀਰ ਸਿੰਘ ਜੀ ਨੂੰ ਮਿਲਦੇ ਆ। ਮਿਲਣ ਤੋਂ ਬਾਅਦ 12 ਤਰੀਕ ਨੂੰ ਉਹ ਆਪਦੀ ਪਹਿਲੀ ਪੋਸਟ ਪਾਉਂਦੇ ਆ। 12 ਤਰੀਕ ਦੀ ਪੋਸਟ ਤੋਂ ਬਾਅਦ ਜੇ ਸਹੀ ਪ੍ਰਧਾਨ ਸਾਹਿਬ ਆਪਣਾ ਪ੍ਰਧਾਨਗੀ ਦਾ ਰੋਲ ਅਦਾ ਕਰਦੇ ਤਾਂ ਉਹਨਾਂ ਨੂੰ ਵਿੱਚ ਆ ਜਾਣਾ ਚਾਹੀਦਾ ਸੀ। ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਮੇਰੇ ਇਹ ਜਥੇਦਾਰ ਸਾਹਿਬਾਨ ਨੇ, ਜੇ ਕੋਈ ਗਰਜ ਹੈ ਜਾਂ ਤੁਹਾਡੇ ਕੋਲ ਕੋਈ ਸ਼ਿਕਾਇਤ ਹੈ ਤਾਂ ਲਿਖਤੀ ਦਿਓ, ਇਹਦੀ ਪੜਤਾਲ ਹੋਊਗੀ। ਕੋਈ ਇੱਕ ਸ਼ਬਦ ਜਿਹੜਾ ਹੈਗਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਨਹੀਂ ਬੋਲਿਆ। ਜਿਹੜਾ ਪ੍ਰਧਾਨ ਆਪਣੇ ਜਥੇਦਾਰ ਸਾਹਿਬਾਨਾਂ ਨਾਲ ਨਹੀਂ ਖੜ ਸਕਦਾ, ਜਥੇਦਾਰ ਸਾਹਿਬਾਨਾਂ ਦੀ ਪ੍ਰੋਟੈਕਸ਼ਨ ਤੇ ਨਹੀਂ ਆ ਸਕਦਾ, ਉਹ ਬਾਕੀ ਕੌਮ ਦੀ ਕਿੱਥੋਂ ਰਾਖੀ ਕਰੂਗਾ। ਅੱਜ ਤੱਕ ਵੀ ਕੋਈ FIR ਜਿਹੜੀ ਹੈ ਉਹ ਨਹੀਂ ਕਰਾਈ ਧਾਮੀ ਸਾਹਿਬ ਨੇ। ਐਦੋਂ ਕਮਜ਼ੋਰ ਪ੍ਰਧਾਨ ਕੌਣ ਹੋ ਸਕਦਾ ਹੈ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਸਾਹਿਬ ਵਾਲਾ ਜਿਹੜਾ ਹੁਕਮਨਾਮਾ ਹੈ ਉਹਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਭਾਈ ਤੁਸੀਂ ਨਾ SGPC ਦੇ ਮੈਂਬਰਾਂ ਨੂੰ ਬੁਲਾ ਸਕਦੇ ਹੋ, ਨਾ ਮਿਲ ਸਕਦੇ ਹੋ, ਨਾ ਕੋਈ ਪ੍ਰੋਗਰਾਮਾਂ 'ਚ ਸ਼ਾਮਲ ਹੋ ਸਕਦੇ ਹੋ। ਨਾਲੇ ਉਹਨਾਂ ਦਾ ਨੁਕਸਾਨ ਕਰੀ ਜਾਂਦੇ ਆ, ਨਾਲੇ ਸੰਸਥਾਵਾਂ ਦਾ ਨੁਕਸਾਨ ਕਰੀ ਜਾਂਦੇ ਆ। ਨਾ ਤਾਂ SGPC ਦੇ ਪ੍ਰਧਾਨ ਉੱਥੋਂ ਦੇ ਆਦੇਸ਼ਾਂ ਦੀ ਪੂਰਤੀ ਕਰਵਾ ਰਹੇ ਆ, ਨਾ ਉਹਨਾਂ ਜਥੇਦਾਰ ਸਾਹਿਬ ਦੀ ਪ੍ਰੋਟੈਕਸ਼ਨ ਕਰਾ ਰਹੇ ਆ। ਫਿਰ ਐਦੋਂ ਬਾਅਦ ਹੋਰ ਬਚਦਾ ਕੀ ਹੈ? ਐਦੋਂ ਕਮਜ਼ੋਰ ਕਿਵੇਂ ਸਾਬਤ ਹੋਣਗੇ? ਹੁਣ ਤੁਹਾਡੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਇਆ ਜਾਵੇ, ਪਰ ਜਦੋਂ ਸੁਧਾਰ ਲਹਿਰ ਬਣੀ ਸੀ ਤਾਂ ਉੱਥੇ ਇੱਕ ਬਿਆਨ ਜਿਹੜਾ ਹੈ ਸੁਧਾਰ ਲਹਿਰ ਦਾ ਇੱਕ ਵਿਜ਼ਨ ਸੀ ਕਿ ਕੋਈ ਵੀ ਕੁਰਸੀਆਂ ਦੇ ਲਈ ਕੰਮ ਨਹੀਂ ਕਰੇਗਾ, ਪਰ ਹੁਣ ਫੇਰ ਮੈਦਾਨ 'ਚ ਉਤਰ ਚੁੱਕੇ ਹੋ। ਕਿ ਸਜ਼ਾ ਮੰਨੇ ਦੀ ਹੁੰਦੀ ਹੈ, ਕਿਉਂਕਿ ਸਿੱਖ ਧਰਮ ਦੇ ਵਿੱਚ ਦੋ ਸਜ਼ਾ ਵੱਡੀਆਂ ਹੁੰਦੀਆਂ, ਇੱਕ ਪੰਥ 'ਚੋਂ ਛੇਕਣ ਦੀ ਤੇ ਦੂਜੇ ਨੰਬਰ ਤੇ ਤਨਖਾਹੀਏ ਦੀ। ਇਦੋਂ ਵੱਡੀ ਤਾਂ ਕੋਈ ਸਜ਼ਾ ਹੀ ਹੈ ਨਹੀਂ। ਗੱਲ ਤਾਂ ਜੇ ਮੰਨੋ ਹੀ ਨਾ ਤੁਸੀਂ, ਨਾ SGPC ਦਾ ਪ੍ਰਧਾਨ ਸਿੱਖ ਮਰਜ਼ਾਦਾ ਦੱਸਦਾ ਹੈ, ਨਾ ਤੁਸੀਂ ਉਸ ਸਜ਼ਾ ਨੂੰ ਪਾਲਣਾ ਕਰਕੇ ਰਾਜੀ ਹੋ। SGPC ਦੇ ਨਵੇਂ ਪ੍ਰਧਾਨ ਨੂੰ ਲੈ ਕੇ ਜਿੱਥੇ ਸਰਗਰਮੀਆਂ ਚੱਲ ਰਹੀਆਂ ਨੇ, ਉੱਥੇ ਹੀ ਮੌਜੂਦਾ ਪ੍ਰਧਾਨ ਨੂੰ ਦੀ ਕਾਰਜਸ਼ੈਲੀ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ। ਇਹਨਾਂ ਤਮਾਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਅਕਾਲੀ ਦਲ ਸੁਧਾਰ ਲਹਿਰ ਤੋਂ ਸਾਡੇ ਨਾਲ ਮੌਜੂਦ ਨੇ ਚਰਨਜੀਤ ਸਿੰਘ ਬਰਾੜ। ਸਰ, ਹੁਣ ਤੱਕ ਦੀ ਜੇ ਅਸੀਂ SGPC ਪ੍ਰਧਾਨ ਦੀ ਕਾਰਜਸ਼ੈਲੀ ਦੀ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਵੀ ਕੁਝ ਸਵਾਲ ਚੁੱਕੇ ਗਏ ਨੇ। ਕਿਹੜੇ ਮੇਨ ਮੁੱਦੇ ਜਿਹੜੇ ਨੇ ਅੱਜ ਲੈ ਕੇ ਆਏ? ਦੇਖੋ, ਮੈਂ ਸਮਝਦਾ ਕਿ ਭਾਵੇਂ ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਆ ਰਹੀਆਂ, ਭਾਵੇਂ ਦਫ਼ਤਰਾਂ ਦੇ ਵਿੱਚ ਕਰਪਸ਼ਨ ਦੀਆਂ ਹੈ, ਜਾਂ ਜਿਹੜੀਆਂ ਨਿਯੁਕਤੀਆਂ ਦੀਆਂ ਹੈ, ਜਾਂ ਹੋਰ ਜਿਹੜੇ ਪਰਚੇਜ਼ ਦੇ ਵਿੱਚ ਰਸਤਾਂ ਖਰੀਦਣ ਦੇ ਵਿੱਚ ਹੈ, ਬਹੁਤ ਸਾਰੇ ਮੁੱਦੇ ਆ ਰਹੇ ਹੈ। ਪਰ ਮੈਂ ਜਿਹੜਾ ਅੱਜ ਤੁਹਾਡੇ ਸਨਮੁਖ ਮੁੱਦਾ ਲੈ ਕੇ ਆਇਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਬੜਾ ਵੱਡਾ ਵਿਵਾਦ ਜਥੇਦਾਰ ਸਾਹਿਬਾਨਾਂ ਦਾ ਤੇ ਖਾਸ ਕਰਕੇ ਵਿਰਸਾ ਸਿੰਘ ਵਲਟੋਆ ਵੱਲੋਂ ਸ਼ੁਰੂ ਕੀਤਾ ਸੀ, ਉਹ ਆਇਆ ਸੀ। ਔਰ ਤੁਸੀਂ ਦੇਖੋ ਕਿ 11 ਤਰੀਕ ਨੂੰ ਉਹ ਜਥੇਦਾਰ ਸਾਹਿਬ ਵੱਡਿਆਂ ਨੂੰ ਯਾਨੀ ਰਘਬੀਰ ਸਿੰਘ ਜੀ ਨੂੰ ਮਿਲਦੇ ਆ। ਮਿਲਣ ਤੋਂ ਬਾਅਦ 12 ਤਰੀਕ ਨੂੰ ਉਹ ਆਪਦੀ ਪਹਿਲੀ ਪੋਸਟ ਪਾਉਂਦੇ ਆ। 12 ਤਰੀਕ ਦੀ ਪੋਸਟ ਤੋਂ ਬਾਅਦ ਜੇ ਸਹੀ ਪ੍ਰਧਾਨ ਸਾਹਿਬ ਆਪਣਾ ਪ੍ਰਧਾਨਗੀ ਦਾ ਰੋਲ ਅਦਾ ਕਰਦੇ ਤਾਂ ਉਹਨਾਂ ਨੂੰ ਵਿੱਚ ਆ ਜਾਣਾ ਚਾਹੀਦਾ ਸੀ। ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਮੇਰੇ ਇਹ ਜਥੇਦਾਰ ਸਾਹਿਬਾਨ ਨੇ, ਜੇ ਕੋਈ ਗਰਜ ਹੈ ਜਾਂ ਤੁਹਾਡੇ ਕੋਲ ਕੋਈ ਸ਼ਿਕਾਇਤ ਹੈ ਤਾਂ ਲਿਖਤੀ ਦਿਓ, ਇਹਦੀ ਪੜਤਾਲ ਹੋਊਗੀ। ਪਰ 12 ਤਰੀਕ ਨੂੰ ਪ੍ਰਧਾਨ ਸਾਹਿਬ ਨਹੀਂ ਬੋਲਦੇ। 13 ਤਰੀਕ ਨੂੰ ਫਿਰ ਉਹੀ ਇੰਟਰਵਿਊਆਂ ਫਿਰ ਚੱਲਦੀਆਂ, ਔਰ ਉਲਟਾ ਟੋਨ ਵਿਰਸਾ ਸਿੰਘ ਵਲਟੋਆ ਦੀ ਹੋਰ ਤਿੱਖੀ ਹੋ ਜਾਂਦੀ ਹੈ ਕਿ RSS ਤੇ BJP ਦੇ ਏਜੰਟ ਫਲਾਂ 13 ਤਰੀਕ ਨੂੰ ਕੋਰ ਕਮੇਟੀ ਵੀ ਹੁੰਦੀ ਹੈ। ਕੋਰ ਕਮੇਟੀ ਦੇ ਦੌਰਾਨ ਹੀ ਉਹਨਾਂ ਨੂੰ ਨੋਟਿਸ ਮਿਲ ਜਾਂਦਾ ਹੈ। ਨੋਟਿਸ ਮਿਲਣ ਤੋਂ ਬਾਅਦ ਚਾਹੀਦਾ ਤਾਂ ਇਹ ਸੀ ਕਿ ਕੋਰ ਕਮੇਟੀ ਜੇ ਸੀ ਤੇ ਵਿਰਾਮ ਲਾ ਦਿੰਦੇ, ਤੇ ਵਿਰਾਮ ਲਾਉਣ ਦੀ ਬਜਾਏ ਉਹਨਾਂ ਦੀ ਸੁਰ ਹੋਰ ਤਿੱਖੀ ਹੋ ਗਈ। 14 ਤਰੀਕ ਨੂੰ ਫਿਰ ਉਹ ਵਿੱਚ ਇੱਕ ਦਿਨ ਸੀਗਾ ਫਿਰ ਬੋਲਦੇ ਰਹੇ। 15 ਤਰੀਕ ਨੂੰ ਜਿਸ ਦਿਨ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤਾਂ ਉਸ ਦਿਨ ਉਹ ਫਿਰ ਬੋਲਦੇ ਰਹੇ। 16 ਨੂੰ ਫਿਰ ਬੋਲਦੇ ਰਹੇ। 17 ਤਰੀਕ ਨੂੰ ਆ ਕੇ ਤੇ ਫਿਰ ਜਥੇਦਾਰ ਜੀ ਅਸਤੀਫਾ ਦਿੰਦੇ ਆ। ਹੁਣ ਤੁਸੀਂ ਇਹ ਦੇਖੋ ਵੀ 12 ਤਰੀਕ ਤੋਂ ਵਿਵਾਦ ਸ਼ੁਰੂ ਹੋਇਆ, 1 13 14 15 16 17 ਕੋਈ ਇੱਕ ਸ਼ਬਦ ਜਿਹੜਾ ਹੈਗਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਨਹੀਂ ਬੋਲਿਆ। ਜਿਹੜਾ ਪ੍ਰਧਾਨ ਆਪਣੇ ਜਥੇਦਾਰ ਸਾਹਿਬਾਨਾਂ ਨਾਲ ਨਹੀਂ ਖੜ ਸਕਦਾ, ਜਥੇਦਾਰ ਸਾਹਿਬਾਨਾਂ ਦੀ ਪ੍ਰੋਟੈਕਸ਼ਨ ਤੇ ਨਹੀਂ ਆ ਸਕਦਾ, ਉਹ ਬਾਕੀ ਕੌਮ ਦੀ ਕਿੱਥੋਂ ਰਾਖੀ ਕਰੂਗਾ। ਇਸੇ ਕਰਕੇ ਫਿਰ ਅਸਤੀਫਾ ਆ ਜਾਂਦਾ, ਫਿਰ ਗਿਆਨੀ ਰਘਬੀਰ ਸਿੰਘ ਜੀ ਦਾ ਆਦੇਸ਼ ਆ ਜਾਂਦਾ। ਫਿਰ ਅਸੀਂ ਸਵਾਲ ਖੜਾ ਕਰਦੇ ਹਾਂ ਕਿ ਜਿਹੜਾ ਪ੍ਰਧਾਨ ਜਥੇਦਾਰ ਸਾਹਿਬਾਨਾਂ ਨਾਲ ਨਹੀਂ ਖੜਦਾ ਤੇ ਹੋਰ ਕੀ ਕਰੇਗਾ। ਤਾਂ ਉਸ ਤੋਂ ਬਾਅਦ ਉਹ ਲਾਈਵ ਹੁੰਦੇ ਆ। ਲਾਈਵ ਦੇ ਵਿੱਚ ਵੀ ਇੱਕ ਹੋਰ ਬੜਾ ਅਚੰਭਾ ਹੁੰਦਾ ਹੈ ਕਿ ਉਹ ਕਹਿੰਦੇ ਕੀ ਹੈ ਕਿ ਜਥੇਦਾਰ ਸਾਹਿਬਾਨਾਂ ਨੂੰ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਆ। ਬੜੀ ਮੰਦਭਾਗੀ ਗੱਲ ਹੈ। ਔਰ ਨਾ ਵਿਰਸਾ ਸਿੰਘ ਵਲਟੋਆ ਨੂੰ ਕੋਈ ਤਾੜਨਾ ਕੀਤੀ, ਨਾ ਕੋਈ ਸੋਸ਼ਲ ਮੀਡੀਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਦੀ ਕਿਰਦਾਰਕੁਸ਼ੀ ਕਰ ਰਿਹਾ ਸੀ, ਨਾ ਉਹਨਾਂ ਦੇ ਖਿਲਾਫ ਕੋਈ ਗੱਲ ਕੀਤੀ। ਔਰ ਇੱਥੋਂ ਤੱਕ ਅੱਜ ਤੱਕ ਵੀ ਜਾਤੀ ਸੂਚਕ ਸ਼ਬਦਾਂ ਦੀ ਉਹਨਾਂ ਨੇ ਗੱਲ ਕਰਤੀ, ਬੇਟੀਆਂ ਦੀ ਗੱਲ ਉਹਨਾਂ ਨੇ ਕਰਤੀ, ਬੱਚਿਆਂ ਦੀ ਰੈਕੀ ਤੱਕ ਦੀ ਉਹਨਾਂ ਨੇ ਕਰਤੀ। ਅੱਜ ਤੱਕ ਵੀ ਕੋਈ FIR ਜਿਹੜੀ ਹੈ ਉਹ ਨਹੀਂ ਕਰਾਈ ਧਾਮੀ ਸਾਹਿਬ ਨੇ। ਐਦੋਂ ਕਮਜ਼ੋਰ ਪ੍ਰਧਾਨ ਕੌਣ ਹੋ ਸਕਦਾ ਹੈ? ਸਾਡੇ ਜਥੇਦਾਰ ਸਾਹਿਬਾਨ ਸਾਡੇ ਸਿਰ ਦਾ ਤਾਜ ਹੁੰਦੇ ਆ।
ਜਿਸ ਕਿਸਮ ਦੀ ਉਹਨਾਂ ਦੀ ਪਦਵੀ ਆ ਉਹਨਾਂ ਨੂੰ ਕੋਈ ਉਂਗਲ ਨਹੀਂ ਕਰ ਸਕਦਾ, ਤੇ ਇਹ ਉਹਨਾਂ ਦੀ ਪ੍ਰੋਟੈਕਸ਼ਨ ਹੀ ਨਹੀਂ ਕਰ ਸਕੇ। ਇਸ ਕਰਕੇ ਮੈਂ ਤਾਂ ਕਿਹਾ ਕਿ ਬਹੁਤ ਕਮਜ਼ੋਰ ਪ੍ਰਧਾਨ ਸਾਬਤ ਹੋਏ ਆ ਇਹ ਆਉਣ ਵਾਲੇ ਸਮੇਂ 'ਚ 28 ਤਰੀਕ ਨੂੰ ਮੈਂ ਸਾਰੇ ਐਸਜੀਪੀਸੀ ਦੇ ਮੈਂਬਰ ਸਾਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਬੀਬੀ ਜਗੀਰ ਕੌਰ ਜੀ ਦਾ ਸਾਥ ਦਿਓ, ਔਰ 2 3 4 ਅਸੀਂ ਅੱਗੇ ਸੁਧਾਰ ਦੇ ਮੁੱਦੇ ਪਹਿਲਾਂ ਵੀ ਚੁੱਕੇ ਸੀ, ਆਉਣ ਵਾਲੇ ਸਮੇਂ 'ਚ ਵੀ ਕਰਾਂਗੇ, ਇਹ ਕਿਰਪਾ ਕਰਕੇ ਇਹਦੇ 'ਚ ਸਾਥ ਦਿਓ। ਬਰਾੜ ਸਾਹਿਬ, ਉਸ ਦੇ ਨਾਲ ਹੀ ਬੀਬੀ ਜਗੀਰ ਕੌਰ ਜੀ ਨੂੰ ਤੁਹਾਡੇ ਵੱਲੋਂ ਖੜਾ ਕੀਤਾ ਗਿਆ ਹੈ। ਇਹ ਪਹਿਲਾਂ ਵੀ 4 ਵਾਰ ਪ੍ਰਧਾਨ ਉਹ ਰਹਿ ਚੁੱਕੇ ਨੇ, ਪਰ ਉਸ ਦੇ ਨਾਲ ਹੀ ਕੀ ਇਸ ਵਾਰ ਫਿਰ ਜਿਹੜੀ ਸਿੱਖ ਸੰਗਤ ਆ ਉਹ ਬੀਬੀ ਜਗੀਰ ਕੌਰ ਜੀ ਨੂੰ ਚੁਣੇਗੀ? ਦੇਖੋ, ਉਮੀਦ ਕਰਦੇ ਹਾਂ ਕਿ ਮੈਂਬਰ ਸਾਹਿਬਾਨਾਂ ਨੂੰ, ਕਿਉਂਕਿ ਸਿਆਸੀ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਬਹੁਤ ਮਾਣ ਮਰਜ਼ਾਦਾ ਦਾ ਘਾਣ ਕੀਤਾ ਹੈ। ਮੈਂਬਰ ਸਾਹਿਬਾਨ ਖੁਦ ਦਿਲੋਂ ਦੁਖੀ ਹੈ, ਔਰ ਜ਼ਮੀਰ ਦੀ ਆਵਾਜ਼ ਸੁਣ ਕੇ ਜੇ ਆਵਾਜ਼ ਪਾਉਣਗੇ, ਕਿਸੇ ਸਿਆਸੀ ਪ੍ਰੈਸ਼ਰ ਥੱਲੇ ਨਹੀਂ ਪਾਉਣਗੇ, ਤਾਂ ਹਰ ਹਾਲਤ ਬੀਬੀ ਜਗੀਰ ਕੌਰ ਜਿੱਤਣਗੇ। ਔਰ ਇਸ ਤੋਂ ਵੀ ਅੱਗੇ ਗੱਲ ਚਲੀ ਗਈ ਹੈ ਕਿ ਹੁਕਮਨਾਮਿਆਂ ਦੀ ਜਿਹੜੀ ਪੂਰਤੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਆਦੇਸ਼ ਹੋਵੇ, ਕੋਈ ਹੁਕਮਨਾਮਾ ਹੋਵੇ, ਉਹਦੀ ਪੂਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਰਾਉਣੀ ਹੁੰਦੀ ਹੈ, ਪਰ ਪ੍ਰਧਾਨ ਸਾਹਿਬ ਕੋਈ ਕਰਵਾ ਹੀ ਨਹੀਂ ਰਹੇ। ਇਸ਼ਤਿਹਾਰਾਂ ਦੇ ਮਾਮਲੇ ਤੇ ਜਿਹੜਾ ਜਵਾਬ ਤਲਬੀ ਕੀਤੀ, ਉੱਥੇ ਗੁੰਮਰਾਹ ਕਰਤਾ, ਆਪ ਨਹੀਂ ਜਵਾਬ ਦਿੱਤਾ, ਹਾਲਾਂਕਿ ਸੁਖਬੀਰ ਸਿੰਘ ਬਾਦਲ ਨਾਲ ਪਿੱਛੇ ਖੜੇ ਹੈ, ਤੇ ਉੱਥੇ ਅਧਿਕਾਰੀ ਤੋਂ ਜਵਾਬ ਦਿੱਤਾ, ਉਹ ਵੀ ਲੰਘਣਾ ਹੈ। ਬੰਦੀ ਸਿੰਘਾਂ ਦਾ ਮੁੱਦਾ ਸਾਡਾ ਕਿੱਡਾ ਵੱਡਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੋਇਆ, ਆਦੇਸ਼ ਤੋਂ ਬਾਅਦ ਫਾਰਮ ਭਰੇ ਗਏ, ਫਿਰ ਮੀਟਿੰਗਾਂ ਹੋਈਆਂ, ਮੀਟਿੰਗਾਂ ਤੋਂ ਬਾਅਦ ਦਿੱਲੀ ਦਾ ਪ੍ਰੋਗਰਾਮ ਲੀਕਿਆ ਗਿਆ, ਲੱਖਾਂ ਦੀ ਤਾਦਾਦ 'ਚ ਲੋਕ ਜਿਹੜੇ ਆ ਉੱਥੇ ਪਹੁੰਚਣੇ ਸੀ। ਇੱਕ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਪਤਾ ਨਹੀਂ ਕਿਹਦੇ ਕਹਿਣ ਤੇ ਰੱਦ ਕਰਤਾ। ਹੁਣ ਇਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਨਹੀਂ ਹੈ, ਅਵੱਗਿਆ ਨਹੀਂ ਹੈ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਸਾਹਿਬ ਵਾਲਾ ਜਿਹੜਾ ਹੁਕਮਨਾਮਾ ਹੈ, ਉਹਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਭਾਈ ਤੁਸੀਂ ਨਾ ਐਸਜੀਪੀਸੀ ਦੇ ਮੈਂਬਰਾਂ ਨੂੰ ਬੁਲਾ ਸਕਦੇ ਹੋ, ਨਾ ਮਿਲ ਸਕਦੇ ਹੋ, ਨਾ ਕੋਈ ਪ੍ਰੋਗਰਾਮਾਂ 'ਚ ਸ਼ਾਮਲ ਹੋ ਸਕਦੇ ਹੋ। ਨਾਲੇ ਉਹਨਾਂ ਦਾ ਨੁਕਸਾਨ ਕਰੀ ਜਾਂਦੇ ਆ, ਨਾਲੇ ਸੰਸਥਾਵਾਂ ਦਾ ਨੁਕਸਾਨ ਕਰੀ ਜਾਂਦੇ ਆ। ਜਿਹੜੀ ਗੁਰਬਾਣੀ ਦਾ ਮੁੱਦਾ ਸੀ, ਇਹਨਾਂ ਨੇ ਕਿਹਾ ਸੀ ਆਪਣਾ ਚੈਨਲ ਬਣਾਓ। ਚੈਨਲ ਤਾਂ ਬਣਾਉਣਾ ਕੀ ਹੈ, ਉਲਟਾ 3 ਸਾਲ ਦਾ ਐਗਰੀਮੈਂਟ ਵਧਾ ਲਿਆ, ਇਹ ਵੀ ਹੁਕਮ ਦੀ ਉਲੰਘਣਾ ਕਰਤੀ। ਵਿਰਸਾ ਸਿੰਘ ਵਲਟੋਆ ਬਾਰੇ 15 ਤਰੀਕ ਨੂੰ ਹੁਕਮ ਜਾਰੀ ਹੋਇਆ, ਉਹ ਨਹੀਂ ਪੂਰਾ ਕੀਤਾ, ਉਹ ਵੀ ਪ੍ਰਧਾਨ ਨੇ ਕੋਈ ਪੂਰਾ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। 328 ਸਰੂਪਾਂ ਵਾਲੇ ਮਸਲੇ 'ਚ 9 ਕਰੋੜ ਰੁਪਏ ਸੀ ਸੀਏ ਕੋਹਲੀ ਤੋਂ ਵਾਪਸ ਲੈਣ ਦੇ ਆਦੇਸ਼ ਹੋਏ ਸੀ, ਉਹ ਨਹੀਂ ਪੂਰੇ ਕਰਾਏ। ਇਹ ਮੈਂ ਤੁਹਾਨੂੰ 5-6 ਮੁੱਦੇ ਦੱਸੇ ਆ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਹੋਏ ਸੀ, ਇਹ ਪੂਰੇ ਐਸਜੀਪੀਸੀ ਦੇ ਪ੍ਰਧਾਨ ਨੇ ਕਰਾਉਣੇ ਹੁੰਦੇ ਆ ਤੇ ਨਹੀਂ ਕਰਾਏ। ਨਾ ਤਾਂ ਐਸਜੀਪੀਸੀ ਦੇ ਪ੍ਰਧਾਨ ਉੱਥੋਂ ਦੇ ਆਦੇਸ਼ਾਂ ਦੀ ਪੂਰਤੀ ਕਰਵਾ ਰਹੇ ਆ, ਨਾ ਉਹਨਾਂ ਜਥੇਦਾਰ ਸਾਹਿਬ ਦੀ ਪ੍ਰੋਟੈਕਸ਼ਨ ਕਰਾ ਰਹੇ ਆ, ਫਿਰ ਇਦੋਂ ਬਾਅਦ ਹੋਰ ਬਚਦਾ ਕੀ ਹੈ? ਇਦੋਂ ਕਮਜ਼ੋਰ ਕਿਵੇਂ ਸਾਬਤ ਹੋਣਗੇ? ਇਸ ਕਰਕੇ ਮੈਂ ਕੌਮ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਆਪਣੇ ਆਪਣੇ ਐਸਜੀਪੀਸੀ ਦੇ ਮੈਂਬਰਾਂ ਨੂੰ ਕਹੋ ਕਿ ਇਹ ਬੀਬੀ ਜਗੀਰ ਕੌਰ ਜੀ ਨੂੰ ਪ੍ਰਧਾਨ ਬਣਾਉਣ, ਤਾਂ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਉਣ ਵਾਲਾ ਮਤਾ ਜਿਹੜਾ 28 ਤਰੀਕ ਦੀ ਧਾਮੀ ਸਾਹਿਬ ਦੀ ਅੰਤਰਿੰਗ ਕਮੇਟੀ 'ਚ ਵੀ ਲਿਆਂਦਾ ਸੀ, ਜਿਹੜਾ ਇਹਨਾਂ ਨੇ ਪਾਸ ਨਹੀਂ ਹੋਣ ਦਿੱਤਾ, ਇਹਨੂੰ ਪਹਿਲੀ ਅੰਤਰਿੰਗ ਕਮੇਟੀ 'ਚ ਪਾਸ ਕਰਾਂਗੇ। ਬਰਾੜ ਸਾਹਿਬ, ਹੁਣ ਤੁਹਾਡੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਇਆ ਜਾਵੇ, ਪਰ ਜਦੋਂ ਸੁਧਾਰ ਲਹਿਰ ਬਣੀ ਸੀ ਤਾਂ ਉੱਥੇ ਇੱਕ ਬਿਆਨ ਜਿਹੜਾ ਹੈ ਸੁਧਾਰ ਲਹਿਰ ਦਾ, ਇੱਕ ਵਿਜ਼ਨ ਸੀ ਕਿ ਕੋਈ ਵੀ ਕੁਰਸੀਆਂ ਦੇ ਲਈ ਕੰਮ ਨਹੀਂ ਕਰੇਗਾ, ਪਰ ਹੁਣ ਫੇਰ ਮੈਦਾਨ 'ਚ ਉਤਰ ਚੁੱਕੇ ਹੋ। ਦੇਖੋ, ਜਿਹੜਾ ਸਿਆਸੀ ਤੌਰ ਤੇ ਮੈਦਾਨ 'ਚ ਉਤਰਨਾ ਉਹ ਹੋਰ ਗੱਲ ਹੈ, ਇਹ ਧਾਰਮਿਕ ਸੇਵਾ ਹੈ, ਔਰ ਧਾਰਮਿਕ ਸੇਵਾ ਇਹਨਾਂ ਨਾਲੋਂ ਬਿਹਤਰ ਹੋਰ ਕੋਈ ਮੇਰੇ ਖਿਆਲ ਹੈ ਜਾਣ ਨਹੀਂ ਸਕਦਾ, ਕਿਉਂਕਿ 4 ਵਾਰੀ ਪ੍ਰਧਾਨ ਰਹਿ ਚੁੱਕਿਆ। ਔਰ ਜੇ ਤੁਸੀਂ ਮੁਲਾਜ਼ਮਾਂ ਨੂੰ ਪੁੱਛੋ, ਪਬਲਿਕ ਨੂੰ ਪੁੱਛੋ, ਜਿੰਨੀ ਸਖਤੀ ਨਾਲ ਇਹਨਾਂ ਨੇ ਆਪਦੇ ਟਰਮਾਂ 'ਚ ਕੰਮ ਕੀਤਾ ਹੈ, ਮੇਰੇ ਖਿਆਲ ਕੋਈ ਕਰ ਹੀ ਨਹੀਂ ਸਕਦਾ। ਇਸ ਕਰਕੇ ਇਹ ਇਹਨਾਂ ਦਾ ਤਜਰਬਾ ਹੈ। ਔਰ ਵੈਸੇ ਜੇ ਸਿਆਸੀ ਤੌਰ ਤੇ ਕਹੂੰ ਤਾਂ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਨੇ ਕਿਹਾ ਮੈਂ ਚੋਣ ਨਹੀਂ ਲੜਨੀ, ਕੋਈ ਅਹੁਦਾ ਨਹੀਂ ਲੈਣਾ, ਰਖੜਾ ਸਾਹਿਬ ਨੇ, ਸਭ ਨੇ ਕਹਿ ਦਿੱਤਾ। ਢੀਂਡਸਾ ਸਾਹਿਬ ਨੇ ਜਿਵੇਂ ਉਹ ਆਪ ਪਹਿਲਾਂ ਹੀ ਕਹਿ ਚੁੱਕਿਆ ਕਿ ਮੈਂ ਤਾਂ ਹੁਣ ਰਿਟਾਇਰਮੈਂਟ ਦੇ 'ਚ ਹੈਗਾ, ਤੇ ਤੁਸੀਂ ਇਹ ਨੌਜਵਾਨ ਪੀੜ੍ਹੀ ਨੂੰ ਅੱਗੇ ਕਰੋ। ਇਸੇ ਕਰਕੇ ਜੇ ਤੁਸੀਂ ਪ੍ਰੈਜ਼ੀਡੀਅਮ ਦੇਖੋ, ਸਾਡੇ ਕਨਵੀਨਰ ਸਾਹਿਬ ਵਡਾਲਾ ਸਾਹਿਬ ਬਣੇ ਆ, ਫਿਰ ਜੇ ਸੀਨੀਅਰਾਂ 'ਚੋਂ ਬਣਨਾ ਹੁੰਦਾ ਤਾਂ ਇਹਨਾਂ ਸੀਨੀਅਰ ਲੀਡਰਾਂ 'ਚੋਂ ਕੋਈ ਬਣਦਾ। ਇਸ ਕਰਕੇ ਜੇ ਉਹ ਇਸ ਗੱਲ 'ਤੇ ਉਂਗਲ ਉਠਾਉਣਗੇ ਤਾਂ ਫਿਰ ਉਹਨਾਂ ਵੱਲੋਂ ਆਪ ਦੇ ਵੱਲੋਂ 4 ਉਂਗਲਾਂ ਉੱਠਣੀਆਂ। ਇਸ ਕਰਕੇ ਇਸ ਦੌੜ 'ਚ ਨਹੀਂ ਪੈਣਾ ਚਾਹੀਦਾ। ਬੀਬੀ ਜੀ ਨੇ ਪਹਿਲਾਂ ਵੀ ਬਹੁਤ ਵਧੀਆ ਸੇਵਾ ਨਿਭਾਈ ਔਰ ਅੱਗੇ ਵੀ ਨਿਭਾਉਣਗੇ, ਇਹ ਮੇਰੀ ਬੇਨਤੀ ਹੈ। ਬਰਾੜ ਸਾਹਿਬ, ਉਸ ਦੇ ਨਾਲ ਹੀ ਪਿਛਲੇ ਦਿਨੀ ਇੱਕ ਨੋਟਿਸ ਵੀ ਜਿਹੜਾ ਬੀਬੀ ਜਗੀਰ ਕੌਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁੰਦਾ ਹੈ, ਜਿਸ ਦੇ ਵਿੱਚ ਰੋਮਾਂ ਦੀ ਬੇਅਦਬੀ ਦੇ ਬਾਰੇ ਕਿਹਾ ਜਾਂਦਾ ਹੈ, ਉਸ ਬਾਰੇ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਉਹ ਨੋਟਿਸ ਉਦੋਂ ਕੀਤਾ ਜਾਂਦਾ ਹੈ ਜਦੋਂ ਇੱਕ ਵੱਖਰਾ ਧੜਾ ਕਹਿ ਸਕਦੇ ਆ ਬਣ ਕੇ ਖੜਾ ਹੋ ਗਿਆ, ਇੱਕ ਵੱਖਰੀ ਸੁਧਾਰ ਲਹਿਰ ਬਣ ਕੇ ਖੜੀ ਹੋ ਗਈ। ਦੇਖੋ, ਮੈਂ ਸਮਝਦਾ ਕਿ ਬੜੇ ਇੱਕ ਉੱਥੇ ਇਹ ਦਫ਼ਤਰੀ ਉੱਥੇ ਜਿਹੜਾ ਸਿਸਟਮ ਵਾਪਰਿਆ, ਮੈਂ ਉਹਦੇ 'ਤੇ ਕੋਈ ਕਮੈਂਟ ਨਹੀਂ ਕਰੂੰਗਾ। ਇਹ ਧਾਮੀ ਸਾਹਿਬ ਇਹਦੇ ਪਿੱਛੇ ਮੇਰਾ ਖਿਆਲ ਹੈ ਕਿ ਜ਼ਿਆਦਾ ਕਰ ਰਹੇ ਸੀ, ਕਿਉਂਕਿ ਉਹਨਾਂ ਨੂੰ ਅਸੀਂ ਵੀ ਜੇ ਇਹ ਚੋਣ ਲੜਨ ਤੋਂ ਪਿੱਛੇ ਰਹਿ ਜਾਣਗੇ ਤਾਂ ਸ਼ਾਇਦ ਮੇਰਾ ਕੰਮ ਸੌਖਾ ਬਣ ਜਾਏਗਾ। ਮੈਂ ਇਹਦੇ 'ਤੇ ਸਿੱਧੇ ਤੌਰ 'ਤੇ ਇਲਾਜ ਧਾਮੀ ਸਾਹਿਬ ਨੂੰ ਕਰੂੰਗਾ। ਔਰ ਸਾਡੇ ਮਰਜ਼ਾਦਾ ਦਾ ਘਾਣ ਇੱਕ ਕਿਸਮ ਦਾ ਹੋਇਆ, ਮੈਨੂੰ ਜੇ ਮੇਰੀ ਜਾਣਕਾਰੀ ਘੱਟ ਨਾ ਹੋਵੇ, ਪਰ ਮੈਨੂੰ ਨਹੀਂ ਲੱਗਦਾ ਕਿਸੇ ਬੀਬੀ ਨੂੰ ਕਿਤੇ ਉੱਥੇ ਸੱਦਿਆ ਗਿਆ। ਇੱਕ ਤੇ ਜੇ ਪਹਿਲੀ ਗੱਲ ਤਾਂ ਬੀਬੀ ਜੀ ਨੇ ਤਾਂ ਸਪਸ਼ਟ ਕਰਤਾ ਵੀ ਕੁੜੀ ਮਾਰ ਤਾਂ ਹੋਰ ਹੁੰਦੇ ਆ, ਜਿਹੜੀ ਤਰੀਕੇ ਨਾਲ ਉਹ ਵੀ ਦੱਸਤਾ ਵੀ ਉਹ ਤਾਂ ਇੱਕ ਬੇਟੀ ਦਾ
ਡਾਕਟਰ ਦੀ ਵਜ੍ਹਾ ਕਰਕੇ ਜਿਹੜਾ ਸੀਗਾ ਜਾਨ ਗਈ, ਔਰ ਦੂਜਾ ਰੋਮਾਂ ਦੀ ਕੋਈ ਹੈ ਹੀ ਨਹੀਂ, ਤੇ ਰੋਮਾਂ ਕਰਕੇ ਤਾਂ ਫਿਰ ਕਿਹਦੇ ਘਰੇ ਵੜਨਗੇ ਲੋਕ? ਮਤਲਬ ਰੋਮਾਂ ਕਰਕੇ ਤਾਂ ਮੈਨੂੰ ਲੱਗਦੀ ਅਕਾਲੀ ਦਲ ਦਾ ਤਾਂ ਕੋਈ ਚੰਦ ਘਰ ਹੀ ਬਚਣਗੇ ਫਿਰ, ਜਾਂ ਸਾਰੇ ਸਿਆਸੀ ਲੋਕਾਂ ਦੇ ਚੰਦ ਘਰ ਹੀ ਬਚਣਗੇ। ਇਹਨਾਂ ਨੀਵੀਆਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ, ਇਹ ਮੇਰੀ ਬੇਨਤੀ ਹੈ। ਕਿ ਨਾ ਨੋਟਿਸ ਦਾ ਇਸ ਚੋਣ ਤੇ ਕੋਈ ਅਸਰ ਹੈ। ਮੀਡੀਆ ਨੂੰ ਵੀ ਮੈਂ ਤੁਹਾਡੇ ਹੱਥ ਜਿਹੜੀ ਬੇਨਤੀ ਕਰੂੰਗਾ ਹੱਥ ਜੋੜ ਕੇ, ਕਿ ਇਸ ਗੱਲ ਨੂੰ ਉਠਾਓ ਨਾ, ਕਿਉਂਕਿ ਸਾਡੀ ਔਰਤ ਜ਼ਾਤ ਦੀ, ਸਾਡੀ ਜਿਹੜੀ ਜਨਨੀ ਹੈ, ਉਹਦਾ ਇੱਕ ਅਪਮਾਨ ਵਾਲੇ ਸ਼ਬਦ ਆ ਜੇ ਉਹਨਾਂ ਪ੍ਰਤੀ ਇਹ ਵਰਤਾਂਗੇ ਆਪਾਂ। ਉਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤਾ ਹੋਇਆ ਲਗਭਗ 1.5 ਮਹੀਨਾ ਹੋ ਗਿਆ, ਪਰ ਹਾਲੇ ਤੱਕ ਕੋਈ ਵੀ ਧਾਰਮਿਕ ਸਜ਼ਾ ਨਹੀਂ ਸੁਣਾਈ ਗਈ, ਜਿਸ ਨੂੰ ਲੈ ਕੇ ਮੁੱਦਾ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਵੀ ਚੁੱਕਿਆ ਗਿਆ ਸੀ। ਤੇ ਦੂਜੇ ਪਾਸੇ ਹੁਣ ਵੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਰੈਲੀਆਂ ਜਿਹੜੀਆਂ ਨੇ ਉਸੇ ਤਰ੍ਹਾਂ ਕੀਤੀਆਂ ਜਾ ਰਹੀਆਂ ਨੇ, ਹੁਣ ਵੀ ਬਿਆਨਬਾਜ਼ੀ ਜਿਹੜੀ ਹੈ ਸਾਹਮਣੇ ਆ ਰਹੀ ਹੈ। ਦੇਖੋ, ਮੈਂ ਇੱਕ ਗੱਲ ਕਹਾਂ ਕਿ ਸਜ਼ਾ ਮੰਨੇ ਦੀ ਹੁੰਦੀ ਹੈ, ਕਿਉਂਕਿ ਸਿੱਖ ਧਰਮ ਦੇ ਵਿੱਚ 2 ਸਜ਼ਾ ਵੱਡੀਆਂ ਹੁੰਦੀਆਂ, ਇੱਕ ਪੰਥ ਚੋਂ ਛੇਕਣ ਦੀ ਤੇ ਦੂਜੇ ਨੰਬਰ ਤੇ ਤਨਖਾਹੀਏ ਦੀ। ਇਦੋਂ ਵੱਡੀ ਤਾਂ ਕੋਈ ਸਜ਼ਾ ਹੀ ਹੈ ਨਹੀਂ। ਗੱਲ ਤਾਂ ਜੇ ਮੰਨੋ ਹੀ ਨਾ ਤੁਸੀਂ, ਨਾ ਐਸਜੀਪੀਸੀ ਦਾ ਪ੍ਰਧਾਨ ਸਿੱਖ ਮਰਜ਼ਾਦਾ ਦੱਸਦਾ ਹੈ, ਨਾ ਤੁਸੀਂ ਉਸ ਸਜ਼ਾ ਨੂੰ ਪਾਲਣਾ ਕਰਕੇ ਰਾਜੀ ਹੋ, ਤੇ ਫਿਰ ਇੱਕ ਮਤਲਬ ਉਹਦੇ ਤੋਂ ਜੇ ਮੂੰਹ ਹੀ ਮੋੜ ਲਓ ਤਾਂ ਮੇਰਾ ਖਿਆਲ ਹੈ ਕਿ ਆਉਣ ਵਾਲੇ ਦਿਨਾਂ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੋਰ ਸੰਗਿਆਨ ਲੈਣਗੇ। ਇਸ ਕਰਕੇ ਉਲੰਘਣਾ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ। ਮੈਂ ਨਿੱਜੀ ਤੌਰ ਤੇ ਇੱਕ ਬੀਂਗ ਸਿੱਖ ਹੋਣ ਦੇ ਨਾਤੇ ਮੈਂ ਬੇਨਤੀ ਕਰੂੰਗਾ ਕਿ ਜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਤੁਸੀਂ ਪਹਿਲਾਂ ਵੀ ਹੁਕਮਾਂ ਦੀ ਉਲੰਘਣਾ ਕੀਤੀ ਤੇ ਅੱਜ ਕਿੱਥੇ ਤੱਕ ਧਰਤੀ ਤੇ ਡਿੱਗ ਪਏ ਹੋ ਆ ਕੇ, ਜੇ ਹੋਰ ਉਲੰਘਣਾ ਕਰੋਗੇ ਪਰਮਾਤਮਾ ਹੋਰ ਮੱਤ ਮਾਰੂਗਾ ਹਾਲੇ ਤੱਕ। ਇਸ ਕਰਕੇ ਇਸ ਜਿੱਦ 'ਚ ਨਹੀਂ ਪੈਣਾ ਚਾਹੀਦਾ। ਠੀਕ ਹੈ, ਜਦੋਂ ਜਥੇਦਾਰ ਸਾਹਿਬਾਨ ਆਪਦੀ ਮੀਟਿੰਗ ਬੁਲਾ ਕੇ ਅਗਲੀ ਸਜ਼ਾ ਲਾਉਣਗੇ ਤਾਂ ਉਹਦੀ ਵੇਟ ਕਰਨੀ ਚਾਹੀਦੀ ਹੈ। ਮੈਂ ਤਾਂ ਇਹੀ ਕਹੂੰਗਾ। ਇੱਕ ਪਾਸੇ ਜਲੰਧਰ ਦੀਆਂ ਜਿਮਨੀ ਚੋਣਾਂ ਦੇ ਵੱਲੋਂ ਤੁਹਾਡੇ ਵੱਲੋਂ ਉਮੀਦਵਾਰ ਵੀ ਉਤਾਰੀ ਗਈ ਸੀ ਤੇ ਉਸ ਦਾ ਸਾਥ ਵੀ ਦਿੱਤਾ ਗਿਆ ਸੀ, ਪਰ ਹੁਣ ਜੋ ਬਾਈ ਇਲੈਕਸ਼ਨ ਹੋ ਰਹੇ ਨੇ ਉਸ ਦੇ ਲਈ ਕੀ ਤਿਆਰੀ ਕੀਤੀ ਗਈ? ਅਸੀਂ ਨਹੀਂ ਸੀ ਉਮੀਦਵਾਰ ਐਲਾਨਿਆ ਜਾਂ ਉਤਾਰਿਆ। ਤੁਸੀਂ ਇੱਕ ਗੱਲ ਸਮਝੋ, ਬੀਬੀ ਜਗੀਰ ਕੌਰ ਉਸ ਵੇਲੇ ਕਮੇਟੀ ਦੀ ਇੱਕ ਮੈਂਬਰ ਪ੍ਰਧਾਨ ਬਣਾਏ ਸੀ ਵੀ ਤੁਸੀਂ ਉਮੀਦਵਾਰ ਚੁਣੋ। ਉਸ ਵੇਲੇ ਅਕਾਲੀ ਦਲ ਇਕੱਠਾ ਸੀਗਾ। ਜਦੋਂ ਪ੍ਰਧਾਨ ਸਾਹਿਬ ਨੂੰ ਆ ਕੇ ਰਿਪੋਰਟ ਦਿੱਤੀ ਤੇ ਉਹ ਉਮੀਦਵਾਰ ਘੋਸ਼ਿਤ ਕਰਤਾ। ਘੋਸ਼ਿਤ ਕਰਨ ਤੋਂ ਬਾਅਦ ਉਹਨਾਂ ਨੂੰ ਵਹਿਮ ਹੋ ਗਿਆ ਕਿ ਤਾਂ ਬੀਬੀ ਜਗੀਰ ਕੌਰ ਦਾ ਕੈਂਡੀਡੇਟ ਹੈ, ਮਤਲਬ ਬਹਾਨਾ ਬਣਾ ਕੇ ਭੱਜਣਾ ਚਾਹੁੰਦੇ ਸੀ। ਤੇ ਉਹਨਾਂ ਨੇ ਕਹਿਤਾ ਵੀ ਅਸੀਂ ਤਾਂ ਚੋਣ ਨਹੀਂ ਲੜਨੀ, ਬੀਐਸਪੀ ਨੂੰ ਸਮਰਥਨ ਦੇਤਾ। ਚਲੋ ਫਿਰ ਹੁਣ ਜਦੋਂ ਜੇ ਉਮੀਦਵਾਰ ਬੀਬੀ ਅਸੀਂ ਖੜੀ ਕੀਤੀ ਸੀ ਤੇ ਪੁਰਾਣੇ ਟਕਸਾਲੀ ਅਕਾਲੀ ਸੀ, ਅਸੀਂ ਇਲੈਕਸ਼ਨ ਲੜਿਆ, ਰਿਜ਼ਲਟ ਤਾਂ ਕੋਈ ਸਾਡਾ ਵੀ ਕਿਹੜਾ ਬਿਹਤਰ ਆਇਆ, ਪਰ ਜਿਨ੍ਹਾਂ ਨੂੰ ਉਹਨਾਂ ਨੇ ਹਮਾਇਤ ਦਿੱਤੀ ਉਹ ਸਾਡੇ ਨਾਲੋਂ ਵੀ ਥੱਲੇ ਚਲੇ ਗਏ। ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ। ਉਹਨਾਂ ਕੋਲੇ ਬੜੇ ਗ੍ਰਾਫ ਬਣੇ ਪਏ ਆ ਪਰਸੈਂਟੇਜ ਦੇ ਵੋਟਾਂ ਦੇ। 2007 ਤੋਂ ਲਾ ਕੇ ਹਰ ਇਲੈਕਸ਼ਨ ਦਾ ਗ੍ਰਾਫ ਦੇਖ ਲੈਣ ਵੀ ਕਿਵੇਂ ਡਿੱਗਦਾ। ਉਹਦੇ ਪਿੱਛੇ ਕਾਰਨ ਲੱਭਣੇ ਪੈਣਗੇ, ਤੇ ਜਦੋਂ ਕਾਰਨ ਲੱਭ ਕੇ ਸੱਚੇ ਮਨੋਂ ਉਹਦੇ ਤੇ ਕੰਮ ਕਰ ਲੈਣਗੇ, ਗੁਰੂ ਮਹਾਰਾਜ ਦੇ ਚਰਨਾਂ 'ਚ ਸੱਚੇ ਦਿਲੋਂ ਮਾਫੀ ਮੰਗ ਲੈਣਗੇ, ਤੇ ਫਿਰ ਲੋਕ ਬਖਸ਼ ਦੇਣਗੇ। ਇਸ ਕਰਕੇ ਜੇ ਉਲੰਘਣਾ ਕਰੀ ਜਾਣਗੇ ਤੇ ਫਿਰ ਨੁਕਸਾਨ ਹੋ ਹੀ ਜਾਂਦਾ। ਤੁਹਾਡੇ ਵੱਲੋਂ ਕੋਈ ਤਿਆਰੀ ਕੀਤੀ ਗਈ ਹੈ ਹੁਣ ਜਿਮਨੀ ਚੋਣਾਂ ਨੂੰ ਲੈ ਕੇ? ਨਹੀਂ, ਜਿਮਨੀ ਚੋਣਾਂ ਦੇ ਵਿੱਚ, ਕਿਉਂਕਿ ਜੇ ਅਸੀਂ ਜਿਮਨੀ ਚੋਣ ਲੜਨ ਜਾਵਾਂਗੇ ਤੇ ਇਹਨਾਂ ਦਾ ਸੈੱਡ ਤੇ ਐਲੀਗੇਸ਼ਨ ਸਿੱਧਾ ਹੀ ਇਹ ਹੋਣਾ ਵੀ ਇਹ ਸਾਨੂੰ ਹਰਾਉਣ ਲਈ ਲੜ ਰਹੇ ਆ। ਇਸ ਕਰਕੇ ਨਾ ਹੀ ਅਸੀਂ ਕੋਈ ਪਾਰਟੀ ਵੱਖਰੀ ਬਣਾਈ ਹੈ, ਕਿਉਂਕਿ ਫਿਰ ਚਿੰਨ੍ਹ ਤੱਕੜੀ ਤਾਂ ਉਹਨਾਂ ਕੋਲੇ ਹਲੇ, ਉਹ ਵਿਧੀ ਵਿਧਾਨ ਮੁਤਾਬਕ ਜਦੋਂ ਲਵਾਂਗੇ ਫਿਰ ਇਲੈਕਸ਼ਨ ਲੜਿਆ ਕਰਾਂਗੇ। ਹਲੇ ਤਾਂ ਅਸੀਂ ਸਿਰਫ ਤੇ ਸਿਰਫ ਆ ਜਿਹੜੀ 28 ਤਰੀਕ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੈ, ਇਹਦੇ ਬਾਰੇ ਹੀ ਬੇਨਤੀ ਕਰਦੇ ਹਾਂ। ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਣੇ ਆਪਣੇ ਇਲਾਕੇ ਦੇ ਐਸਜੀਪੀਸੀ ਮੈਂਬਰ ਨੂੰ ਜਾ ਕੇ ਕਹੋ ਕਿ ਵੇਖੋ ਕਿਤੇ ਅਕਾਲ ਤਖਤ ਸਾਹਿਬ ਨੂੰ ਜਿਹੜੇ ਨੀਵਾਂ ਦਿਖਾਉਣ ਵਾਲੇ ਲੋਕ ਆ ਉਹਨਾਂ ਨੂੰ ਵੋਟ ਨਹੀਂ ਪੈਣੀ ਚਾਹੀਦੀ। ਤਨਖਾਹੀਏ ਪ੍ਰਧਾਨ ਦੇ ਉਮੀਦਵਾਰ ਨੂੰ ਵੋਟ ਨਹੀਂ ਪੈਣੀ ਚਾਹੀਦੀ। ਜਿਹੜੇ ਅਕਾਲ ਤਖਤ ਸਾਹਿਬ ਦੀ ਮਾਣ ਮਰਜ਼ਾਦਾ ਬਹਾਲ ਕਰਨੀ ਚਾਹੁੰਦੇ ਉਹਨਾਂ ਨੂੰ ਵੋਟ ਪੈਣੀ ਚਾਹੀਦੀ ਹੈ। ਉਸ ਦੇ ਨਾਲ ਹੀ ਜੋ ਤੁਹਾਡੇ ਵੱਲੋਂ ਮਤਾ ਪਾਸ ਕੀਤਾ ਗਿਆ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਰੱਖੀਆਂ ਗਈਆਂ ਨੇ ਮੁੱਖ? ਦੇਖੋ, ਜਿਹੜਾ ਮਤਾ ਤਾਂ ਮੈਂ ਅੰਤਰਿੰਗ ਕਮੇਟੀ 'ਚ ਲਿਆਂਦਾ ਸੀ, ਉਹਦੇ 'ਚ ਅਸੀਂ ਵੀ ਜਥੇਦਾਰ ਸਾਹਿਬ ਨੂੰ ਕਿਵੇਂ ਬਿਠਾਉਣਾ ਚਾਹੀਦਾ ਸੇਵਾ ਤੇ ਕਿਵੇਂ ਹਟਾਉਣਾ ਚਾਹੀਦਾ ਉਹ ਵਿਧੀ ਵਿਧਾਨ ਹੈ, ਮੈਂ ਤੁਹਾਨੂੰ ਸ਼ੇਅਰ ਵੀ ਕਰ ਦੂੰਗਾ। ਇੱਕ ਅਸੀਂ ਅੱਜ ਨਵਾਂ ਇੱਕ ਐਪ ਜਾਂ ਕਹਿ ਲਈਏ ਕਿ ਫਾਰਮ ਜਾਰੀ ਕੀਤਾ ਹੈ, ਕਿਉਂਕਿ ਬੇਅਦਬੀਆਂ ਦਾ ਪ੍ਰਕੋਪ ਚੱਲਦਾ ਰਿਹਾ, ਧਰਮ ਪਰਿਵਰਤਨ ਦਾ ਚੱਲਦਾ ਰਿਹਾ, ਨਸ਼ੇ ਦਾ ਪ੍ਰਕੋਪ ਵਧਿਆ ਹੋਇਆ। ਇਹ ਬੜੀ ਸਾਡੇ ਅਲਾਮਤ ਫੈਲੀ ਹੋਈ ਹੈ। ਜਿਹੜਾ ਮੈਂ ਆਪਣੇ ਦਿਮਾਗ ਮੁਤਾਬਕ ਜਿਹੜੀ ਆਪਦੇ ਤਜਰਬੇ 'ਚੋਂ ਗੱਲਾਂ ਨਿਕਲੀਆਂ, ਉਹਦੇ ਵਿੱਚ ਸਭ ਤੋਂ ਵੱਡਾ ਕੱਢਿਆ ਕਿ ਜਿਹੜੇ ਸਾਡੇ ਪ੍ਰਚਾਰ ਦੇ ਮੁੱਖ ਸੂਤਰਧਾਰ ਸਾਡੇ ਪਿੰਡ ਦੇ ਗ੍ਰੰਥੀ ਸਿੰਘ ਹੁੰਦੇ ਆ। ਗ੍ਰੰਥੀ ਸਿੰਘ ਹੋਣ, ਪਿੰਡ ਦੇ ਰਾਗੀ ਹੋਣ, ਢਾਡੀ ਹੋਣ, ਕਥਾਵਾਚਕ ਹੋਣ, ਸੇਵਾਦਾਰ ਹੋਣ, ਇਹ ਸਾਰੇ ਹੁੰਦੇ ਆ। ਪਰ ਬਦਕਿਸਮਤੀ ਨਾਲ ਕਿ ਉਹਨਾਂ ਦੀ ਤਨਖਾਹ ਕਿੰਨੀ ਹੈ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਕਿਸੇ ਨੂੰ 3500 ਮਿਲਦਾ, ਕਿਸੇ ਨੂੰ 4000 ਮਿਲਦਾ, ਕਿਸੇ ਨੂੰ 4200 ਮਿਲਦਾ। ਅੱਜ ਸਰਕਾਰ ਦੀ ਮਿਨੀਮਮ ਵੇਜ ਜਿਹੜੀ ਆ ਉਹ 10,000 ਤੇ ਕੁਛ 100 ਹੋਣੀ ਚਾਹੀਦੀ ਹੈ ਘੱਟੋ ਘੱਟ, ਜਿਹੜੀ ਲੇਬਰ ਦੀ ਹੈ। ਤੇ ਇਹ ਤਾਂ ਸਾਡਾ ਟੈਕਨੀਕਲ ਪਰਸਨ ਹੈ, ਫਿਰ ਵੀ ਜਿਹੜਾ ਬਾਣੀ ਦੇ ਅਰਥ ਜਾਣਦਾ, ਬਾਣੀ ਦੇ ਰੋਹ ਰੀਤਾਂ ਜਾਣਦਾ, ਇਹਨਾਂ ਦੀ ਤਨਖਾਹਾਂ ਦੇ ਲਈ ਅਸੀਂ ਇੱਕ ਫਾਰਮ ਜਾਰੀ ਕੀਤਾ। ਮੈਂ ਤੁਹਾਡੇ ਜ਼ਰੀਏ ਹੱਥ ਜੋੜ ਕੇ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਪਿੰਡ ਦੇ ਵਿੱਚ ਜਾ ਕੇ ਗ੍ਰੰਥੀ ਸਿੰਘ ਨੂੰ ਕੋਲੇ ਬੈਠ ਕੇ ਉਹਦਾ ਫਾਰਮ ਭਰਾਓ। ਸਾਰੇ ਪੰਜਾਬ ਦਾ ਇੱਕ ਡਾਟਾ ਇਕੱਠਾ ਹੋਵੇ ਕਿ ਕਿੰਨੇ
ਜਿਹੜੇ ਗ੍ਰੰਥੀ ਸਿੰਘਾਂ ਨੂੰ ਤਨਖਾਹ ਪੂਰੀ ਮਿਲਦੀ ਹੈ, ਕਿੰਨਿਆਂ ਨੂੰ ਅੱਧੀ ਮਿਲਦੀ ਹੈ, ਕਿੰਨਿਆਂ ਨੂੰ ਅੱਧੀ ਤੋਂ ਵੀ ਘੱਟ ਮਿਲਦੀ ਹੈ। ਫਿਰ ਇਹ ਸਾਰਾ ਡਾਟਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲੇ ਲੈ ਕੇ ਜਾਵਾਂਗੇ, SGPC ਕੋਲੇ ਲੈ ਕੇ ਜਾਵਾਂਗੇ, ਸਿੱਖ ਸੰਸਥਾਵਾਂ ਕੋਲੇ ਲੈ ਕੇ ਜਾਵਾਂਗੇ, ਸਾਰੇ ਲੋਕਾਂ 'ਚ ਪਲੇਟਫਾਰਮ ਤੇ ਰੱਖਾਂਗੇ। ਮੰਨ ਲਓ ਜੇ ਮੈਂ ਕਿਸੇ ਪਿੰਡ ਦੀ ਗੱਲ ਕਰਾਂ ਵੀ ਮੰਨ ਲਓ ਕੋਈ ਵੀ ਪਿੰਡ ਦਾ ABC ਰੱਖ ਲਈਏ, ਉੱਥੇ ਕਰੋੜ ਰੁਪਈਆ ਉਹ ਟੂਰਨਾਮੈਂਟ ਤੇ ਤਾਂ ਲਾ ਦਿੰਦੇ ਆ। ਤੇ ਜਿਹੜਾ ਤੁਹਾਡੇ ਗੁਰੂ ਦਾ ਵਜ਼ੀਰ ਹੈ, ਗੁਰੂ ਸਾਹਿਬ ਦੇ ਵਜ਼ੀਰ ਸਾਧਿਆਂ ਸੀ ਗ੍ਰੰਥੀ ਸਿੰਘਾਂ ਨੂੰ, ਤੇ ਉਹਨੂੰ ਤਨਖਾਹ ਤੁਸੀਂ 3500 ਦਿੰਦੇ ਆ, ਤੇ ਸਾਡੇ ਉਹੋ ਜਿਹਾ ਮੇਲੇ ਕਿਰਾਏ ਦਾ ਕੀ ਲਾਭ ਹੈ? ਵੀ ਮੇਲੇ 'ਚੋਂ ਦਸਵੰਧ ਪਹਿਲਾਂ ਉਹਦਾ ਕੱਢ ਦਿਓ, ਸਾਲ ਦੀ ਤਨਖਾਹ ਕੱਢ ਦਿਓ, ਤੇ ਫਿਰ ਤੁਸੀਂ ਮੇਲੇ ਵੀ ਕਰਾਈ ਚਲੋ। ਇਸ ਕਰਕੇ ਇਹ ਇੱਕ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਮੈਂ ਬੇਨਤੀ ਕਰਾਂ, ਇਹਦੇ 'ਚ ਕੋਈ ਪਾਰਟੀਬਾਜੀ ਨਹੀਂ। ਸਾਰੇ ਸਿੱਖ ਗੁਰੂ ਨਾਨਕ ਨਾਮ ਲੇਵਾ ਸੰਗਤ ਕਿਸੇ ਵੀ ਧਰਮ ਜਾਤੀ ਨਾਲ ਹੋਵੇ, ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਗ੍ਰੰਥੀ ਸਿੰਘਾਂ ਦੇ ਜਾਂ ਜਿਹੜੇ ਇਹ ਗੁਰਦੁਆਰਾ ਸਾਹਿਬਾਨਾਂ 'ਚ ਕੰਮ ਕਰਨ ਵਾਲੇ ਇਨਸਾਨ ਨੇ, ਇਹਨਾਂ ਦੇ ਫਾਰਮ ਭਰੋ। ਫਿਰ ਜਿਹੜਾ ਡਾਟਾ ਨਿਕਲ ਕੇ ਆਏਗਾ ਉਹਦੇ ਤੇ ਸਾਰੇ ਰਲ ਮਿਲ ਕੇ ਆਪਾਂ ਕੰਮ ਕਰੀਏ, ਤੇ ਫਿਰ ਪ੍ਰਚਾਰ ਜੇ ਵਧੂਗਾ ਸਿੱਖੀ ਵਧੂਗੀ, ਜੇ ਸਿੱਖੀ ਵਧੂਗੀ ਤੇ ਧਰਮ ਪਰਿਵਰਤਨ ਰੁਕ ਜੂਗਾ, ਜੇ ਸਿੱਖੀ ਵਧੂਗੀ ਤੇ ਨਸ਼ਿਆਂ ਦਾ ਪ੍ਰਕੋਪ ਵੀ ਰੁਕ ਜੂਗਾ। ਇਹ ਇੱਕ ਜ਼ਰੀਆ ਬਣੇਗਾ। ਜੀ ਬਹੁਤ ਧੰਨਵਾਦ ਤੁਹਾਡਾ। ਤਾਂ ਬਿਲਕੁਲ ਇਹ ਸਾਰੇ ਸਵਾਲਾਤ ਜਿਹੜੇ ਨੇ ਅੱਜ ਉੱਠ ਰਹੇ ਨੇ, ਕਿਉਂਕਿ ਇੱਕ ਪਾਸੇ SGPC ਦੀਆਂ ਚੋਣਾਂ ਦੇ ਵਿੱਚ ਸਮਾਂ ਬਹੁਤ ਘੱਟ ਰਹਿ ਗਿਆ ਹੈ ਤੇ ਮੰਗ ਕੀਤੀ ਜਾ ਰਹੀ ਹੈ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਉਣ ਦੀ। ਉਸ ਦੇ ਨਾਲ ਹੀ ਜੋ ਮੌਜੂਦਾ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਧਾਮੀ ਦੀ ਕਾਰਜਸ਼ਾਲੀ ਦੇ ਉੱਤੇ ਵੀ ਜਿਹੜੇ ਸਵਾਲ ਚੁੱਕੇ ਗਏ ਨੇ ਕਿ ਉਹਨਾਂ ਵੱਲੋਂ ਜੋ ਕੰਮ ਕੀਤੇ ਗਏ ਨੇ ਉਹ ਪੂਰਨ ਤੌਰ ਦੇ ਉੱਤੇ ਸਹੀ ਨਹੀਂ ਕੀਤੇ ਗਏ, ਪੱਖ ਜਿਹੜੇ ਨੇ ਉਹ ਸਾਰੇ ਨਹੀਂ ਰੱਖੇ ਗਏ। ਉਸ ਦੇ ਨਾਲ ਹੀ ਇੱਕ ਹੋਰ ਵੱਡਾ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਕਿ ਜ਼ਿਮਨੀ ਚੋਣਾਂ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਦਖਲ ਅੰਦਾਜ਼ੀ ਜਿਹੜੀ ਇਹਨਾਂ ਦੇ ਵੱਲੋਂ ਨਹੀਂ ਕੀਤੀ ਜਾਵੇਗੀ। ਵੀਡੀਓ ਜਰਨਲਿਸਟ ਲਲਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ, ABP ਸਾਂਝਾ, ਚੰਡੀਗੜ੍ਹ।